ਵੈਲਕਮ ਟੂ ਪੰਜਾਬ ਐਗਜ਼ਾਮ ਥਿਉਰੀ ਦੇ ਚੈਨਲ ਤੇ। ਅੱਜ ਦਾ ਇਹ ਸੈਸ਼ਨ ਬਹੁਤ ਹੀ ਜ਼ਬਰਦਸਤ ਹੋਣ ਵਾਲਾ ਹੈ ਕਿਉਂਕਿ ਆਪਾਂ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਯਾਨੀ 1920 ਤੋਂ ਲੈ ਕੇ 1940 ਦੇ ਦਹਾਕੇ ਤੱਕ ਦੇ ਪੂਰੇ ਸਫ਼ਰ ਨੂੰ ਇੱਕਦਮ ਜ਼ੀਰੋ ਡੇਟਾ ਲਾਸ ਅਪਰੋਚ ਨਾਲ ਕਵਰ ਕਰਨ ਲੱਗੇ ਹਾਂ। ਦੇਖੋ, ਐਗਜ਼ਾਮ ਦੀ ਤਿਆਰੀ ਕਰਦੇ ਵਕਤ ਹਰ ਇੱਕ ਫੈਕਟ, ਹਰ ਇੱਕ ਡੇਟ ਤੇ ਹਰ ਇੱਕ ਨਾਮ ਐਬਸੋਲੂਟਲੀ ਕ੍ਰੂਸ਼ਲ ਹੁੰਦਾ ਹੈ। ਆਪਾਂ ਇਸ ਤਰੀਕੇ ਨਾਲ ਚੀਜ਼ਾਂ ਨੂੰ ਸਮਝਾਂਗੇ ਕਿ ਸਾਰਾ ਡਾਟਾ ਬਿਲਕੁਲ ਸਿੱਧਾ ਤੁਹਾਡੇ ਦਿਮਾਗ ਵਿੱਚ ਫਿੱਟ ਹੋ ਜਾਵੇਗਾ। ਸੋ ਬਿਨਾਂ ਕੋਈ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ। ਪੂਰੇ ਸਿਲੇਬਸ ਨੂੰ ਆਪਾਂ 6 ਕ੍ਰੂਸ਼ੀਅਲ ਚੈਪਟਰਸ ਵਿੱਚ ਵੰਡਿਆ ਹੈ ਤਾਂ ਜੋ ਯਾਦ ਕਰਨਾ ਇਨਕ੍ਰੈਡੀਬਲੀ ਈਜ਼ੀ ਹੋ ਜਾਏ। ਪਹਿਲਾ ਸਾਈਮਨ ਕਮਿਸ਼ਨ ਐਂਡ ਲਾਜਪਤ ਰਾਏ, ਫਿਰ ਭਗਤ ਸਿੰਘ ਐਂਡ ਦ HSRA, ਉਸ ਤੋਂ ਬਾਅਦ ਸੈਂਟਰਲ ਅਸੈਂਬਲੀ ਬੌਂਬਿੰਗ ਐਂਡ ਟ੍ਰਾਇਲਸ, ਫਿਰ ਸਰਦਾਰ ਪਟੇਲ ਐਂਡ ਮੇਜਰ ਸਤਿਆਗ੍ਰਹਸ, ਪੰਜਵਾਂ ਹੈ ਨਹਿਰੂ ਰਿਪੋਰਟ ਐਂਡ ਲਾਹੌਰ ਸੈਸ਼ਨ ਤੇ ਅਖੀਰ ਵਿੱਚ ਦੰਡੀ ਮਾਰਚ ਐਂਡ ਫਲੈਗ ਹਿਸਟਰੀ। ਚੈਪਟਰ 1 ਸਾਈਮਨ ਕਮਿਸ਼ਨ ਐਂਡ ਲਾਜਪਤ ਰਾਏ। ਇਹ ਉਹ ਪੀਰੀਅਡ ਸੀ ਜਦੋਂ ਕੁਝ ਵੱਡੇ ਪੋਲੀਟੀਕਲ ਟ੍ਰਿਗਰਸ ਨੇ ਇੰਡੀਆ ਵਿੱਚ ਮੈਸਿਵ ਰੈਵੋਲੂਸ਼ਨਰੀ ਮੂਵਮੈਂਟਸ ਨੂੰ ਜਨਮ ਦਿੱਤਾ। ਲੈਟਸ ਸੀ ਇਹ ਸਭ ਕਿਵੇਂ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਈਮਨ ਕਮਿਸ਼ਨ ਦੀ। ਇਹ ਕਮਿਸ਼ਨ UK ਵਿੱਚ 1927 ਵਿੱਚ ਫਾਰਮ ਹੋਇਆ ਤੇ ਅਗਲੇ ਸਾਲ ਯਾਨੀ 1928 ਵਿੱਚ ਇਹ ਬੰਬੇ ਪਹੁੰਚਿਆ। ਇਸ ਦੇ ਚੇਅਰਮੈਨ ਸੀ ਜੌਨ ਸਾਈਮਨ। ਹੁਣ ਸਵਾਲ ਇਹ ਹੈ ਕਿ ਇੰਡੀਆ ਆਇਆ ਕਿਉਂ ਸੀ। ਅਸਲ ਵਿੱਚ ਇਸ ਦਾ ਮੁੱਖ ਆਬਜੈਕਟਿਵ ਭਾਰਤ ਦੀ ਪੋਲੀਟੀਕਲ ਸਿਚੁਏਸ਼ਨ ਨੂੰ ਰਿਵਿਊ ਕਰਨਾ ਸੀ ਇੱਕ ਨਵੇਂ ਕਾਨੂੰਨ ਲਈ। ਸਪੈਸੀਫਿਕਲੀ ਇਹ ਗਵਰਨਮੈਂਟ ਆਫ ਇੰਡੀਆ ਐਕਟ 1919 ਜਿਸ ਨੂੰ ਮੌਂਟੇਗਿਊ ਚੈਮਸਫੋਰਡ ਰਿਫਾਰਮਸ ਵੀ ਕਹਿੰਦੇ ਨੇ, ਉਸ ਨੂੰ ਰਿਵਿਊ ਕਰਨ ਆਇਆ ਸੀ। ਪਰ ਇੰਡੀਆ ਵਿੱਚ ਇਸ ਦਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਵਿਰੋਧ ਹੋਇਆ। ਵਾਈ? ਕਿਉਂਕਿ ਇਸ ਕਮਿਸ਼ਨ ਦੇ ਸਾਰੇ 7 ਮੈਂਬਰਸ ਬ੍ਰਿਟਿਸ਼ ਸਨ। ਕੋਈ ਵੀ ਭਾਰਤੀ ਇਸ ਦਾ ਹਿੱਸਾ ਨਹੀਂ ਸੀ। ਇਸੇ ਵਿਰੋਧ ਦੇ ਦੌਰਾਨ ਜ਼ਿਕਰ ਆਉਂਦਾ ਹੈ ਸਾਡੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦਾ। ਉਨ੍ਹਾਂ ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਵਿੱਚ ਹੋਇਆ ਸੀ। ਉਨ੍ਹਾਂ ਦੇ ਟਾਈਟਲਸ ਬਹੁਤ ਮਸ਼ਹੂਰ ਨੇ, ਪੰਜਾਬ ਕੇਸਰੀ ਤੇ ਲਾਇਨ ਆਫ ਪੰਜਾਬ। ਉਨ੍ਹਾਂ ਨੇ ਦ ਟ੍ਰਿਬਿਊਨ ਨਿਊਜ਼ਪੇਪਰ ਵੀ ਸ਼ੁਰੂ ਕੀਤਾ। ਐਗਜ਼ਾਮ ਲਈ ਇੱਕ ਬਹੁਤ ਹੀ ਇੰਪੋਰਟੈਂਟ ਫੈਕਟ ਨੋਟ ਕਰ ਲਓ। 1894 ਵਿੱਚ ਉਨ੍ਹਾਂ ਨੇ ਦਿਆਲ ਸਿੰਘ ਮਜੀਠੀਆ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਯਾਨੀ PNB ਦੀ ਸਥਾਪਨਾ ਕੀਤੀ, ਜਿਸ ਦੀ ਪਹਿਲੀ ਬ੍ਰਾਂਚ ਲਾਹੌਰ ਵਿੱਚ ਖੁੱਲ੍ਹੀ ਸੀ। ਇਸ ਤੋਂ ਇਲਾਵਾ ਹਿੰਦੂ ਆਰਫਨੇਜ ਸੁਸਾਇਟੀ ਤੇ ਪੰਡਿਤ ਮਦਨ ਮੋਹਨ ਮਾਲਵੀਆ ਨਾਲ ਮਿਲ ਕੇ ਹਿੰਦੂ ਮਹਾਸਭਾ ਪਾਰਟੀ ਦੀ ਸ਼ੁਰੂਆਤ ਵੀ ਉਨ੍ਹਾਂ ਨੇ ਹੀ ਕੀਤੀ। ਇੱਥੋਂ ਤੱਕ ਕਿ 1917 ਵਿੱਚ ਨਿਊਯਾਰਕ ਵਿਖੇ ਹੋਮ ਰੂਲ ਮੂਵਮੈਂਟ ਵੀ ਉਨ੍ਹਾਂ ਦੀ ਹੀ ਸ਼ੁਰੂ ਕੀਤੀ ਹੋਈ ਸੀ। ਹੁਣ ਹੁੰਦਾ ਕੀ ਹੈ ਕਿ ਲਾਹੌਰ ਵਿੱਚ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰਦਰਸ਼ਨ ਚੱਲ ਰਿਹਾ ਸੀ। ਉਸ ਵਕਤ ਪੁਲਿਸ ਆਫੀਸਰ ਜੇਮਸ ਸਕਾਟ ਨੇ ਲਾਠੀਚਾਰਜ ਦੇ ਆਰਡਰਸ ਦੇ ਦਿੱਤੇ। ਇਸ ਲਾਠੀਚਾਰਜ ਵਿੱਚ ਲਾਲਾ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਇਸੇ ਕਾਰਨ 17 ਨਵੰਬਰ 1928 ਨੂੰ ਉਹ ਸ਼ਹੀਦ ਹੋ ਗਏ। ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਦੇ ਆਖਰੀ ਸ਼ਬਦ ਸਨ, "These blows that hit me shall be the last nails over the coffins of British rule in India." ਇਹ ਸ਼ਬਦ ਸੱਚਮੁੱਚ ਬ੍ਰਿਟਿਸ਼ ਸਾਮਰਾਜ ਦੇ ਅੰਤ ਦੀ ਸ਼ੁਰੂਆਤ ਬਣ ਗਈ। ਸੈਕਸ਼ਨ 2 ਭਗਤ ਸਿੰਘ ਐਂਡ ਦੀ HSRA। ਲਾਲਾ ਜੀ ਦੀ ਸ਼ਹੀਦੀ ਦੇ ਇਸ ਵੱਡੇ ਦੁਖਾਂਤ ਤੋਂ ਬਾਅਦ ਦੇਸ਼ ਦੇ ਨੌਜਵਾਨਾਂ ਵਿੱਚ ਕ੍ਰਾਂਤੀ ਦੀ ਅੱਗ ਭੜਕ ਉੱਠੀ। ਲੈਟਸ ਸੀ ਕਿਵੇਂ ਇਨ੍ਹਾਂ ਰੈਵੋਲੂਸ਼ਨਰੀ ਯੂਥ ਨੇ ਪੂਰਾ ਇਤਿਹਾਸ ਬਦਲ ਕੇ ਰੱਖ ਦਿੱਤਾ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ। ਪਰ ਧਿਆਨ ਰੱਖਿਓ, ਉਹਨਾਂ ਦਾ ਜੱਦੀ ਪਿੰਡ ਯਾਨੀ ਐਂਸੈਸਟਰਲ ਵਿਲੇਜ ਖਟਕੜ ਕਲਾਂ ਹੈ, ਜੋ ਅੱਜਕੱਲ੍ਹ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੈਂਦਾ ਹੈ। ਉਹਨਾਂ ਦੇ ਕੁੱਲ 9 ਭੈਣ ਭਰਾ ਸਨ, ਜਿਨ੍ਹਾਂ ਵਿੱਚੋਂ ਭਰਾ ਕੁਲਬੀਰ ਸਿੰਘ ਅਤੇ ਕੁਲਤਾਰ ਸਿੰਘ ਵੀ ਕ੍ਰਾਂਤੀਕਾਰੀ ਸਨ। ਆਜ਼ਾਦੀ ਤੋਂ ਬਾਅਦ ਇਹਨਾਂ ਦੋਵਾਂ ਭਰਾਵਾਂ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਜੁਆਇਨ ਕਰ ਲਈ ਸੀ। ਇੱਕ ਹੋਰ ਕਮਾਲ ਦਾ ਫੈਕਟ ਇਹ ਹੈ ਕਿ ਭਗਤ ਸਿੰਘ ਜੀ ਰੂਸ ਦੇ ਲੀਡਰ ਲੈਨਿਨ ਦੀ ਸੋਸ਼ਲਿਸਟ ਆਈਡੀਓਲੋਜੀ ਤੋਂ ਮੈਸਿਵਲੀ ਇਨਸਪਾਇਰ ਹੋਏ ਸਨ। ਹੁਣ ਗੱਲ ਕਰਦੇ ਹਾਂ HSRA ਦੀ। ਅਸਲ ਵਿੱਚ ਇਹ ਸੰਸਥਾ 1924 ਵਿੱਚ HRA ਦੇ ਨਾਮ ਨਾਲ ਬਣੀ ਸੀ। ਹੈੱਡਕੁਆਰਟਰ ਸੀ ਕਾਨਪੁਰ ਤੇ ਫਾਊਂਡਰ ਸਨ ਅਸ਼ਫਾਕੁੱਲਾ ਖਾਨ ਅਤੇ ਰਾਮ ਪ੍ਰਸਾਦ ਬਿਸਮਿਲ। ਫਿਰ 1928 ਵਿੱਚ ਫਿਰੋਜ਼ ਸ਼ਾਹ ਕੋਟਲਾ ਦਿੱਲੀ ਵਿਖੇ ਭਗਤ ਸਿੰਘ ਨੇ ਇਸ ਦੇ ਨਾਮ ਵਿੱਚ ਸੋਸ਼ਲਿਸਟ ਸ਼ਬਦ ਜੋੜ ਦਿੱਤਾ ਤੇ ਇਹ ਬਣ ਗਈ HSRA। ਇਸੇ ਸੰਸਥਾ ਨੇ 9 ਅਗਸਤ 1925 ਨੂੰ ਮਸ਼ਹੂਰ ਟ੍ਰੇਨ ਰੌਬਰੀ ਯਾਨੀ ਕਾਕੋਰੀ ਕਾਂਡ ਨੂੰ ਅੰਜਾਮ ਦਿੱਤਾ ਸੀ। ਇਸ ਵਿੱਚ ਅਸ਼ਫਾਕੁੱਲਾ ਖਾਨ, ਰਾਮ ਪ੍ਰਸਾਦ ਬਿਸਮਿਲ ਤੇ ਠਾਕੁਰ ਰੋਸ਼ਨਦਾਸ ਸ਼ਾਮਿਲ ਸਨ ਅਤੇ ਇਹਨਾਂ ਦੇ ਗੁਰੂ ਸੀ ਚੰਦਰ ਸ਼ੇਖਰ ਆਜ਼ਾਦ। ਐਗਜ਼ਾਮ ਲਈ ਕੁਝ ਸਲੋਗਨਸ ਦੀ ਡਿਟੇਲ ਬਹੁਤ ਜ਼ਰੂਰੀ ਹੈ। सरफरोशी की तमन्ना कविता राम प्रसाद बिस्मिल या उर्दू कवि बिस्मिल अजीमाबादी द्वारा लिखी मन्नी जाती है।
ਪਰ ਸਭ ਤੋਂ ਮਸ਼ਹੂਰ ਨਾਰਾ ਇਨਕਲਾਬ ਜ਼ਿੰਦਾਬਾਦ ਇਹ ਅਸਲ ਵਿੱਚ ਮੁਸਲਿਮ ਲੀਗ ਦੇ ਹਸਰਤ ਮੋਹਾਨੀ ਦੁਆਰਾ ਲਿਖਿਆ ਗਿਆ ਸੀ। ਭਗਤ ਸਿੰਘ ਸਿਰਫ ਇੱਕ ਯੋਧਾ ਹੀ ਨਹੀਂ ਬਲਕਿ ਇੱਕ ਬਹੁਤ ਆਊਟਸਟੈਂਡਿੰਗ ਵਿਦਵਾਨ ਵੀ ਸਨ। 1926 ਵਿੱਚ ਉਹਨਾਂ ਨੇ ਪੰਜਾਬ ਨੌਜਵਾਨ ਸਭਾ ਸ਼ੁਰੂ ਕੀਤੀ ਜੋ ਬਾਅਦ ਵਿੱਚ 1928 ਵਿੱਚ HSRA ਦੇ ਨਾਲ ਹੀ ਮਰਜ ਹੋ ਗਈ। ਉਹਨਾਂ ਨੇ ਅਖਬਾਰਾਂ ਲਈ ਆਰਟੀਕਲ ਵੀ ਲਿਖੇ। ਪਹਿਲਾ ਵੀਰ ਅਰਜੁਨ ਜੋ ਆਰੀਆ ਸਮਾਜ ਦੇ ਸਵਾਮੀ ਸ਼ਰਧਾਨੰਦ ਦਾ ਸੀ ਤੇ ਦੂਜਾ ਕੀਰਤੀ ਜੋ ਗਦਰ ਪਾਰਟੀ ਦੇ ਸੰਤੋਖ ਸਿੰਘ ਦਾ ਸੀ। ਅੱਛਾ, ਆਰਟੀਕਲ ਲਿਖਣ ਵੇਲੇ ਨਾ ਉਹ ਆਪਣੇ ਅਸਲੀ ਨਾਮ ਦੀ ਬਜਾਏ ਸੂਡੋਨਿਮਸ ਯਾਨੀ ਕਲਮੀ ਨਾਮ ਵਰਤਦੇ ਸਨ। ਇਹ ਤਿੰਨ ਨਾਮ ਸਨ ਬਲਵੰਤ, ਰਣਜੀਤ ਅਤੇ ਸਭ ਤੋਂ ਮਸ਼ਹੂਰ ਵਿਦਰੋਹੀ। ਚੈਪਟਰ 3 ਸੈਂਟਰਲ ਅਸੈਂਬਲੀ ਬੌਂਬਿੰਗ ਐਂਡ ਟ੍ਰਾਇਲਸ। ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹ ਸੈਕਸ਼ਨ ਸਭ ਤੋਂ ਵੱਧ ਕ੍ਰੂਸ਼ਲ ਡੇਟਸ ਅਤੇ ਨੇਮਸ ਕੈਰੀ ਕਰਦਾ ਹੈ, ਸੋ ਇੱਥੇ ਫੋਕਸ ਬਿਲਕੁਲ ਸ਼ਾਰਪ ਰੱਖਣਾ ਹੈ। ਇਸ ਟਾਈਮਲਾਈਨ ਨੂੰ ਬਿਲਕੁਲ ਕ੍ਰੋਨੋਲੋਜੀਕਲ ਆਰਡਰ ਵਿੱਚ ਯਾਦ ਰੱਖਿਓ। 17 ਦਸੰਬਰ 1928 ਨੂੰ ਲਾਹੌਰ ਕੰਸਪੀਰੇਸੀ ਕੇਸ ਹੋਇਆ। ਇਸ ਵਿੱਚ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਸੌਂਡਰਸ ਦਾ ਕਤਲ ਕੀਤਾ ਗਿਆ, ਹਾਲਾਂਕਿ ਅਸਲ ਟਾਰਗੇਟ ਜੇਮਸ ਸਕਾਟ ਸੀ। ਫਿਰ 8 ਅਪ੍ਰੈਲ 1929 ਨੂੰ ਸੈਂਟਰਲ ਅਸੈਂਬਲੀ ਬੌਂਬਿੰਗ ਹੋਈ। ਉਸ ਤੋਂ ਬਾਅਦ 27 ਫਰਵਰੀ 1931 ਇਹ ਉਹ ਦਿਨ ਸੀ ਜਦੋਂ ਚੰਦਰਸ਼ੇਖਰ ਆਜ਼ਾਦ ਨੇ ਐਲਫਰੈਡ ਪਾਰਕ ਇਲਾਹਾਬਾਦ ਵਿਖੇ ਖੁਦ ਨੂੰ ਗੋਲੀ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਜੋ ਉਹ ਕਦੀ ਅੰਗਰੇਜ਼ਾਂ ਦੇ ਹੱਥ ਨਾ ਆਣ। ਅਤੇ ਫਿਰ ਅਖੀਰ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਸਾਡੇ ਮਹਾਨ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ। ਹੁਣ ਇਹ ਮੁਕੱਦਮਿਆਂ ਦਾ ਡੇਟਾ ਕਾਫੀ ਡੈਂਸ ਹੈ, ਧਿਆਨ ਨਾਲ ਸੁਣਿਓ। ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਅਸਲ ਕਾਰਨ 2 ਬਿੱਲਾਂ ਦਾ ਵਿਰੋਧ ਕਰਨਾ ਸੀ, ਟ੍ਰੇਡ ਡਿਸਪਿਊਟ ਬਿੱਲ ਅਤੇ ਪਬਲਿਕ ਸੇਫਟੀ ਬਿੱਲ, ਜੋ ਕਿ ਰੌਲਟ ਐਕਟ ਦਾ ਹੀ ਬਦਲਿਆ ਹੋਇਆ ਨਾਂ ਸੀ। ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ, BK ਦੱਤ, ਰਾਜਗੁਰੂ ਤੇ ਸੁਖਦੇਵ ਨੇ ਸਰੈਂਡਰ ਕਰ ਦਿੱਤਾ, ਪਰ ਆਜ਼ਾਦ ਨੇ ਸਰੈਂਡਰ ਨਹੀਂ ਕੀਤਾ ਸੀ। ਲਾਹੌਰ ਜੇਲ੍ਹ ਵਿੱਚ ਜਦੋਂ ਹੰਗਰ ਸਟ੍ਰਾਈਕਸ ਹੋਈਆਂ ਤਾਂ ਜਤਿਨ ਦਾਸ 64 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਸ਼ਹੀਦ ਹੋ ਗਏ। ਭਗਤ ਸਿੰਘ ਨੇ ਇਹ ਹੜਤਾਲ ਲਗਾਤਾਰ 116 ਦਿਨਾਂ ਤੱਕ ਜਾਰੀ ਰੱਖੀ। ਕਾਲਾਪਾਨੀ ਜੇਲ੍ਹ ਵਿੱਚ ਇਸ ਹੜਤਾਲ ਨੂੰ ਸੋਹਨ ਸਿੰਘ ਭਾਕਨਾ ਨੇ ਸਪੋਰਟ ਕੀਤਾ ਸੀ। ਮੁਕੱਦਮੇ ਦੌਰਾਨ ਹੰਸਰਾਜ ਵੋਹਰਾ ਨਾਂ ਦਾ ਇੱਕ ਸਾਬਕਾ ਕ੍ਰਾਂਤੀਕਾਰੀ ਅੰਗਰੇਜ਼ਾਂ ਦਾ ਗਵਾਹ ਬਣ ਗਿਆ। ਹੁਣ ਜੱਜਾਂ ਦੇ ਨਾਮ ਧਿਆਨ ਨਾਲ ਸੁਣੋ। ਸੈਯਦ ਆਗਾ ਹੈਦਰ ਉਹ ਜੱਜ ਸੀ ਜਿਸ ਨੇ ਮੌਤ ਦੀ ਸਜ਼ਾ ਸੁਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਰਾਏ ਬਹਾਦਰ ਕਿਸ਼ਨ ਚੰਦ ਪਹਿਲੇ ਅਪਾਇੰਟਡ ਜੱਜ ਸਨ ਅਤੇ GC ਹਿਲਟਨ ਉਹ ਬ੍ਰਿਟਿਸ਼ ਜੱਜ ਸੀ ਜਿਸ ਨੇ ਆਖਿਰਕਾਰ ਬਲੈਕ ਵਾਰੰਟ ਯਾਨੀ ਡੈਥ ਸੈਂਟੈਂਸ ਤੇ ਸਾਈਨ ਕੀਤੇ। ਫਾਂਸੀ ਤੋਂ ਬਾਅਦ ਸ਼ਹੀਦਾਂ ਦਾ ਅੰਤਿਮ ਸੰਸਕਾਰ ਬ੍ਰਿਟਿਸ਼ ਦੁਆਰਾ ਸਤਲੁਜ ਨਦੀ ਦੇ ਕੰਢੇ ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਕੀਤਾ ਗਿਆ। ਚੈਪਟਰ 4 ਸਰਦਾਰ ਪਟੇਲ ਐਂਡ ਮੇਜਰ ਸੱਤਿਆਗ੍ਰਹਾਸ। ਕ੍ਰਾਂਤੀਕਾਰੀਆਂ ਦੇ ਇਸ ਬਹਾਦਰੀ ਭਰੇ ਸੰਘਰਸ਼ ਦੇ ਨਾਲ-ਨਾਲ ਦੇਸ਼ ਵਿੱਚ ਪੈਰਲਲੀ ਮਾਸ ਸਿਵਲ ਮੂਵਮੈਂਟਸ ਵੀ ਚੱਲ ਰਹੀਆਂ ਸਨ। ਆਓ ਇਹਨਾਂ ਵੱਲ ਝਾਤ ਮਾਰੀਏ। ਇੱਥੇ ਆਪਾਂ 2 ਬਹੁਤ ਹੀ ਮਹੱਤਵਪੂਰਨ ਸੱਤਿਆਗ੍ਰਹਿ ਦੇਖਾਂਗੇ। ਪਹਿਲਾ ਹੈ 1923 ਦਾ ਫਲੈਗ ਸੱਤਿਆਗ੍ਰਹਿ। ਇਹ ਜਬਲਪੁਰ ਅਤੇ ਨਾਗਪੁਰ ਵਿੱਚ ਹੋਇਆ ਸੀ, ਬ੍ਰਿਟਿਸ਼ ਦੇ ਝੰਡੇ ਯਾਨੀ ਯੂਨੀਅਨ ਜੈਕ ਫਲੈਗ ਦੇ ਵਿਰੋਧ ਵਿੱਚ। ਦੂਜਾ ਕਾਫੀ ਮਸ਼ਹੂਰ ਹੈ 1928 ਦਾ ਬਰਦੌਲੀ ਸੱਤਿਆਗ੍ਰਹਿ। ਹੋਇਆ ਕੀ ਸੀ ਕਿ ਗੁਜਰਾਤ ਦੇ ਬਰਦੌਲੀ ਵਿੱਚ ਬ੍ਰਿਟਿਸ਼ ਸਰਕਾਰ ਨੇ ਖੇਤੀਬਾੜੀ ਤੇ ਟੈਕਸ ਇੰਨਾ ਜ਼ਿਆਦਾ ਵਧਾ ਦਿੱਤਾ ਸੀ ਕਿ ਵਿਚਾਰੇ ਕਿਸਾਨ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਗਏ ਸਨ। ਇਸ ਅੰਦੋਲਨ ਦੀ ਅਗਵਾਈ ਕੀਤੀ ਸੀ ਵੱਲਭ ਭਾਈ ਪਟੇਲ ਨੇ। ਇਹ ਅੰਦੋਲਨ ਇੰਨਾ ਸਕਸੈਸਫੁਲ ਰਿਹਾ ਕਿ ਇਸ ਤੋਂ ਬਾਅਦ ਬਰਦੌਲੀ ਦੀਆਂ ਔਰਤਾਂ ਅਤੇ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਸਰਦਾਰ ਦਾ ਟਾਈਟਲ ਦਿੱਤਾ। ਸਰਦਾਰ ਵੱਲਭ ਭਾਈ ਪਟੇਲ ਜੀ ਦੇ ਟਾਈਟਲਸ ਐਗਜ਼ਾਮ ਵਿੱਚ ਬਹੁਤ ਵਾਰ ਪੁੱਛੇ ਜਾਂਦੇ ਨੇ। ਉਹਨਾਂ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਾਡਿਆਡ ਡਿਸਟ੍ਰਿਕਟ ਵਿੱਚ ਹੋਇਆ। ਇਸ ਦਿਨ ਨੂੰ ਅੱਜ ਆਪਾਂ ਨੈਸ਼ਨਲ ਯੂਨਿਟੀ ਡੇ ਵਜੋਂ ਮਨਾਉਂਦੇ ਹਾਂ। ਉਹਨਾਂ ਨੂੰ ਬਿਸਮਾਰਕ ਆਫ ਇੰਡੀਆ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਜਿਵੇਂ ਆਟੋ ਵੌਨ ਬਿਸਮਾਰਕ ਨੇ 1872 ਵਿੱਚ ਜਰਮਨੀ ਦਾ ਏਕੀਕਰਨ ਯਾਨੀ ਯੂਨੀਫਿਕੇਸ਼ਨ ਆਫ ਜਰਮਨੀ ਕੀਤਾ ਸੀ, ਬਿਲਕੁਲ ਉਸੇ ਤਰ੍ਹਾਂ ਪਟੇਲ ਜੀ ਨੇ ਭਾਰਤ ਦੀਆਂ ਖਿੰਡੀਆਂ ਹੋਈਆਂ ਰਿਆਸਤਾਂ ਨੂੰ ਇਕੱਠਾ ਕੀਤਾ। ਇਸ ਦੇ ਨਾਲ ਹੀ ਉਹ ਆਇਰਨ ਮੈਨ ਆਫ ਇੰਡੀਆ ਅਤੇ ਫਾਦਰ ਆਫ ਆਲ ਇੰਡੀਆ ਸਰਵਿਸਿਜ਼ ਦੇ ਨਾਮ ਨਾਲ ਵੀ ਜਾਣੇ ਜਾਂਦੇ ਨੇ। ਆਜ਼ਾਦੀ ਤੋਂ ਬਾਅਦ ਉਹ ਇੰਡੀਆ ਦੇ ਫਰਸਟ ਡਿਪਟੀ PM ਅਤੇ ਫਰਸਟ ਹੋਮ ਮਿਨਿਸਟਰ ਬਣੇ। ਨਾਓ ਵਾਟਸ ਰੀਅਲੀ ਇੰਟਰਸਟਿੰਗ ਅਬਾਊਟ ਦਿਸ ਨੰਬਰ 182। ਦੇਖੋ 1882 ਮੀਟਰਸ ਇਹ ਸਟੈਚੂ ਆਫ ਯੂਨਿਟੀ ਦੀ ਉਚਾਈ ਹੈ, ਜੋ ਸਰਦਾਰ ਪਟੇਲ ਜੀ ਨੂੰ ਸਮਰਪਿਤ ਦੁਨੀਆ ਦਾ ਸਭ ਤੋਂ ਉੱਚਾ ਸਟੈਚੂ ਹੈ। ਇਹ ਨਰਮਦਾ ਨਦੀ ਉੱਤੇ ਸਾਧੂ ਬੇਟ ਆਈਲੈਂਡ ਵਿਖੇ ਸਥਿਤ ਹੈ। ਇਸ ਸ਼ਾਨਦਾਰ ਸਟੈਚੂ ਦੇ ਆਰਕੀਟੈਕਟ ਰਾਮ ਵੀ ਸੁਤਾਰ ਹਨ। ਇਹ ਪੂਰਾ ਬ੍ਰੌਂਜ਼ ਯਾਨੀ ਕਾਂਸੀ ਦਾ ਬਣਿਆ ਹੋਇਆ ਹੈ ਅਤੇ ਇਸ ਨੂੰ ਬਣਾਉਣ ਤੇ ਟੋਟਲ 229,890 ਕਰੋੜ ਯਾਨੀ 2,02,999 ਕਰੋੜ ਦੀ ਲਾਗਤ ਆਈ ਸੀ। ਚੈਪਟਰ 5 ਨਹਿਰੂ ਰਿਪੋਰਟ ਐਂਡ ਲਾਹੌਰ ਸੈਸ਼ਨ। ਇਸ ਦੌਰ ਵਿੱਚ ਪੋਲੀਟੀਕਲ ਨੈਗੋਸੀਏਸ਼ਨਸ ਆਪਣੇ ਸਿਖਰ ਤੇ ਪਹੁੰਚ ਗਈਆਂ ਸਨ।
ਅਤੇ ਕੰਪਲੀਟ ਇੰਡੀਪੈਂਡੈਂਸ ਯਾਨੀ ਪੂਰਨ ਸਵਰਾਜ ਦੀ ਮੰਗ ਨੇ ਪੂਰਾ ਜ਼ੋਰ ਫੜ ਲਿਆ ਸੀ। 1928 ਦੀ ਗੱਲ ਹੈ, ਸੈਕਟਰੀ ਆਫ ਸਟੇਟ ਬਿਰਕਨਹੈਡ ਨੇ ਭਾਰਤੀਆਂ ਨੂੰ ਇੱਕ ਸਿੱਧੀ ਚੁਣੌਤੀ ਦਿੱਤੀ। ਕਹਿੰਦਾ ਇੱਕ ਅਜਿਹਾ ਸੰਵਿਧਾਨ ਬਣਾ ਕੇ ਦਿਖਾਓ ਜੋ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮਨਜ਼ੂਰ ਹੋਵੇ। ਇਸ ਚੁਣੌਤੀ ਨੂੰ ਮਨਜ਼ੂਰ ਕਰਦੇ ਹੋਏ ਐਮਐਲ ਨਹਿਰੂ ਅਤੇ ਲਾਇਰ ਤੇਜ ਬਹਾਦਰ ਸਾਪਰੂ ਨੇ ਇੱਕ ਮੀਟਿੰਗ ਆਰਗੇਨਾਈਜ਼ ਕੀਤੀ। ਇਸ ਨੂੰ ਨਹਿਰੂ ਰਿਪੋਰਟ ਜਾਂ 12 ਪੁਆਇੰਟ ਰਿਪੋਰਟ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਡੋਮਿਨੀਅਨ ਸਟੇਟਸ ਵਾਲੇ ਸੰਵਿਧਾਨ, 19 ਫੰਡਾਮੈਂਟਲ ਰਾਈਟਸ ਅਤੇ ਯੂਨੀਵਰਸਲ ਅਡਲਟ ਫਰੈਂਚਾਈਜ਼ ਦੀ ਮੰਗ ਰੱਖੀ ਗਈ। ਪਰ ਜਿਵੇਂ ਕਿ ਉਮੀਦ ਸੀ, ਇਸ ਦਾ ਵਿਰੋਧ ਵੀ ਹੋਇਆ। ਐਮਐਚ ਅਲੀ ਜਿੰਨਾ ਨੇ ਸੈਪਰੇਟ ਕਨਸਟੀਟਿਊਸ਼ਨ ਦੀ ਮੰਗ ਰੱਖ ਦਿੱਤੀ ਅਤੇ 1929 ਵਿੱਚ ਆਪਣੀ 14 ਪੁਆਇੰਟ ਰਿਪੋਰਟ ਪੇਸ਼ ਕਰ ਦਿੱਤੀ। ਦੂਜੇ ਪਾਸੇ ਖੁਦ ਜਵਾਹਰ ਲਾਲ ਨਹਿਰੂ ਨੇ ਵੀ ਇਸ ਦਾ ਵਿਰੋਧ ਕੀਤਾ, ਕਿਉਂਕਿ ਉਹ ਡੋਮਿਨੀਅਨ ਸਟੇਟਸ ਦੇ ਸਖਤ ਖਿਲਾਫ ਸਨ ਤੇ ਪੂਰਨ ਆਜ਼ਾਦੀ ਚਾਹੁੰਦੇ ਸਨ। ਇਸੇ ਕੜੀ ਵਿੱਚ ਸਭ ਤੋਂ ਹਿਸਟੋਰਿਕ ਮੋਮੈਂਟ ਆਉਂਦਾ ਹੈ ਆਈਐਨਸੀ ਲਾਹੌਰ ਸੈਸ਼ਨ ਦਾ, ਜੋ 29 ਦਸੰਬਰ 1929 ਨੂੰ ਹੋਇਆ। ਇਸ ਦੇ ਪ੍ਰੈਜ਼ੀਡੈਂਟ ਸਨ ਜੇਐਲ ਨਹਿਰੂ। ਐਗਜ਼ਾਮ ਲਈ ਇਸ ਇਜਲਾਸ ਦੀਆਂ ਇਹ 3 ਘਟਨਾਵਾਂ ਰੱਟ ਲਓ। ਪਹਿਲੀ, ਇਸ ਵਿੱਚ ਪੂਰਨ ਸਵਰਾਜ ਯਾਨੀ ਕੰਪਲੀਟ ਇੰਡੀਪੈਂਡੈਂਸ ਨੂੰ ਆਫੀਸ਼ੀਅਲ ਗੋਲ ਡਿਕਲੇਅਰ ਕਰ ਦਿੱਤਾ ਗਿਆ। ਦੂਜੀ, 31 ਦਸੰਬਰ 1929 ਨੂੰ ਜੇਐਲ ਨਹਿਰੂ ਨੇ ਪਹਿਲੀ ਵਾਰ ਲਾਹੌਰ ਵਿਖੇ ਰਾਵੀ ਨਦੀ ਦੇ ਕੰਢੇ ਟ੍ਰਾਈਕਲਰ ਯਾਨੀ ਤਿਰੰਗਾ ਲਹਿਰਾਇਆ। ਅਤੇ ਤੀਜੀ, ਇਹ ਐਲਾਨ ਕੀਤਾ ਗਿਆ ਕਿ ਹਰ ਸਾਲ 26 ਜਨਵਰੀ ਨੂੰ ਇੰਡੀਪੈਂਡੈਂਸ ਡੇ ਮਨਾਇਆ ਜਾਵੇਗਾ। ਇਨਫੈਕਟ ਪਹਿਲੀ ਵਾਰ ਇਹ 26 ਜਨਵਰੀ 1930 ਨੂੰ ਮਨਾਇਆ ਵੀ ਗਿਆ ਸੀ। ਸੈਕਸ਼ਨ 6 ਡਾਂਡੀ ਮਾਰਚ ਐਂਡ ਫਲੈਗ ਹਿਸਟਰੀ। ਲਓ ਜੀ, ਅਸੀਂ ਆਪਣੇ ਆਖਰੀ ਸੈਕਸ਼ਨ ਵਿੱਚ ਪਹੁੰਚ ਗਏ ਹਾਂ। ਆਓ ਦੇਖਦੇ ਹਾਂ ਸਾਡੇ ਰਾਸ਼ਟਰੀ ਝੰਡੇ ਦਾ ਇਤਿਹਾਸ ਕਿਵੇਂ ਇਵੋਲਵ ਹੋਇਆ ਅਤੇ ਨਮਕ ਸੱਤਿਆਗ੍ਰਹਿ ਯਾਨੀ ਡਾਂਡੀ ਮਾਰਚ ਦਾ ਕੀ ਵੱਡਾ ਪ੍ਰਭਾਵ ਪਿਆ। ਸਾਡੇ ਝੰਡੇ ਦੀ ਪੂਰੀ ਜਰਨੀ ਬਹੁਤ ਫੈਸੀਨੇਟਿੰਗ ਹੈ। ਵਿਦੇਸ਼ ਵਿੱਚ ਪਹਿਲੀ ਵਾਰ ਸਵਦੇਸ਼ੀ ਫਲੈਗ ਲਹਿਰਾਉਣ ਵਾਲੇ ਪਹਿਲੇ ਭਾਰਤੀ ਸਨ ਮੈਡਮ ਭੀਕਾ ਜੀ ਕਾਮਾ, ਜਿਨ੍ਹਾਂ ਨੇ 1907 ਵਿੱਚ ਸਟੁਟਗਾਰਟ, ਬਰਲਿਨ ਵਿੱਚ ਇਹ ਝੰਡਾ ਲਹਿਰਾਇਆ। ਹੁਣ ਸਵਾਲ ਆਉਂਦਾ ਹੈ, ਇਸ ਸਵਦੇਸ਼ੀ ਝੰਡੇ ਨੂੰ ਭਾਰਤ ਕੌਣ ਲੈ ਕੇ ਆਇਆ? ਉਹ ਸਨ ਇੰਦੁਲਾਲ ਯਾਗਨਿਕ। ਫਿਰ ਵੰਦੇ ਮਾਤਰਮ ਫਲੈਗ ਦਾ ਡਿਜ਼ਾਈਨ ਵੀਡੀ ਸਾਰਕਰ ਦੁਆਰਾ ਤਿਆਰ ਕੀਤਾ ਗਿਆ, ਜੋ ਕਿ ਹਿੰਦੂ ਮੁਸਲਿਮ ਯੂਨਿਟੀ ਨੂੰ ਰਿਪਰੈਜ਼ੈਂਟ ਕਰਦਾ ਸੀ। ਜੋ ਸਾਡਾ ਮੌਜੂਦਾ ਇੰਡੀਅਨ ਟ੍ਰਾਈ ਕਲਰ ਹੈ, ਉਸ ਨੂੰ ਆਂਧਰਾ ਪ੍ਰਦੇਸ਼ ਦੇ ਪਿੰਗਾਲੀ ਵੈਂਕਈਆ ਨੇ ਡਿਜ਼ਾਈਨ ਕੀਤਾ ਸੀ। ਇਸ ਡਿਜ਼ਾਈਨ ਨੂੰ 1931 ਦੇ ਕੈਲਕਟਾ ਸੈਸ਼ਨ ਵਿੱਚ ਆਫੀਸ਼ੀਅਲ ਕਾਂਗਰਸ ਫਲੈਗ ਵਜੋਂ ਅਪਣਾਇਆ ਗਿਆ ਅਤੇ ਫਾਈਨਲੀ ਸਾਡਾ ਪ੍ਰੈਜ਼ੈਂਟ ਫਲੈਗ 22 ਜੁਲਾਈ 1947 ਨੂੰ ਆਫੀਸ਼ੀਅਲ ਤੌਰ ਤੇ ਅਡਾਪਟ ਕੀਤਾ ਗਿਆ। ਹੁਣ ਡਾਂਡੀ ਮਾਰਚ ਦੀ ਇਸ ਟਾਈਮਲਾਈਨ ਦੀਆਂ ਡੇਟਸ ਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਵਿੱਚ ਫਿੱਟ ਕਰ ਲਓ। 12 ਮਾਰਚ 1930 ਨੂੰ ਇਹ ਇਤਿਹਾਸਿਕ ਮਾਰਚ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋਇਆ। 6 ਅਪ੍ਰੈਲ 1930 ਨੂੰ ਇਹ ਮਾਰਚ ਦਾਂਡੀ ਵਿਲੇਜ ਵਿਖੇ ਖਤਮ ਹੋਇਆ। 13 ਅਪ੍ਰੈਲ 1930 ਨੂੰ ਗਾਂਧੀ ਜੀ ਨੇ ਖੁਦ ਨਮਕ ਬਣਾ ਕੇ ਸਾਲਟ ਲਾਅ ਨੂੰ ਤੋੜਿਆ ਅਤੇ ਇਸ ਦੇ ਸਿੱਟੇ ਵਜੋਂ 5 ਮਈ 1930 ਨੂੰ ਗਾਂਧੀ ਜੀ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਅਰੈਸਟ ਕਰ ਲਿਆ ਗਿਆ। ਇਸ ਮਾਰਚ ਤੇ ਕੁਝ ਹੋਰ ਬਹੁਤ ਹੀ ਸਪੈਸੀਫਿਕ ਫੈਕਟਸ ਵੀ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ। ਦਾਂਡੀ ਮਾਰਚ ਨੂੰ ਸਾਲਟ ਸੱਤਿਆਗ੍ਰਹਿ ਜਾਂ ਸਵਿਨਯ ਅਵਗਿਆ ਅੰਦੋਲਨ ਵੀ ਕਿਹਾ ਜਾਂਦਾ ਹੈ ਅਤੇ ਅਸਲ ਵਿੱਚ ਇੱਥੋਂ ਹੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਸ਼ੁਰੂਆਤ ਹੋਈ ਸੀ। ਇਸ ਪੂਰੀ ਯਾਤਰਾ ਦੀ ਡਿਸਟੈਂਸ 384 ਕਿਲੋਮੀਟਰ ਸੀ ਅਤੇ ਸ਼ੁਰੂਆਤ ਵਿੱਚ ਗਾਂਧੀ ਜੀ ਦੇ ਨਾਲ ਸਿਰਫ 78 ਫਾਲੋਅਰ ਸ਼ਾਮਿਲ ਸਨ। ਸਰੋਜਨੀ ਨਾਇਡੂ ਨੇ ਵੀ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸੁਭਾਸ਼ ਚੰਦਰ ਬੋਸ ਨੇ ਇਸ ਦੀ ਪੂਰੀ ਸਪੋਰਟ ਕੀਤੀ। ਇੱਕ ਬਹੁਤ ਹੀ ਜ਼ਰੂਰੀ ਫੈਕਟ, ਗਾਂਧੀ ਜੀ ਦੇ ਅਰੈਸਟ ਹੋਣ ਤੋਂ ਬਾਅਦ ਇਸ ਅੰਦੋਲਨ ਦੇ ਨਵੇਂ ਲੀਡਰ ਬਣੇ ਸਨ ਅੱਬਾਸ ਤਾਇਬ ਜੀ। ਇਹਨਾਂ ਨੂੰ ਦ ਗ੍ਰੇਟ ਓਲਡ ਮੈਨ ਆਫ ਗੁਜਰਾਤ ਵੀ ਕਿਹਾ ਜਾਂਦਾ ਹੈ। ਹੁਣ ਜਦੋਂ ਆਪਾਂ ਇਸ ਸਾਰੇ ਫ੍ਰੈਗਮੈਂਟਡ ਮੂਵਮੈਂਟਸ ਅਤੇ ਉਹਨਾਂ ਦੇ ਫੈਕਟਸ ਕਵਰ ਕਰ ਲਏ ਹਨ, ਤਾਂ ਇੱਕ ਬਹੁਤ ਹੀ ਡੂੰਘਾ ਸਵਾਲ ਦਿਮਾਗ ਵਿੱਚ ਆਉਂਦਾ ਹੈ। Knowing how deeply connected these fragmented movements were, what if the HSRA and the Congress had officially united their strategies in 1929? ਸੋਚ ਕੇ ਦੇਖੋ ਕੀ ਹੁੰਦਾ ਜੇਕਰ HSRA ਅਤੇ ਕਾਂਗਰਸ 1929 ਵਿੱਚ ਆਪਣੀਆਂ ਰਣਨੀਤੀਆਂ ਲਈ ਇਕੱਠੇ ਹੋ ਜਾਂਦੇ। ਇਹ ਇੱਕ ਅਜਿਹਾ ਸਵਾਲ ਹੈ ਜੋ ਸ਼ਾਇਦ ਭਾਰਤ ਦੇ ਪੂਰੇ ਇਤਿਹਾਸ ਨੂੰ ਹੀ ਬਦਲ ਸਕਦਾ ਸੀ। ਇਸੇ ਥਾਟ ਦੇ ਨਾਲ ਅਸੀਂ ਅੱਜ ਦੇ ਇਸ ਸੈਸ਼ਨ ਨੂੰ ਇੱਥੇ ਹੀ ਰੈਪ ਅਪ ਕਰਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਇਸ ਸਟਰਕਚਰਡ ਐਨਾਲਿਸਿਸ ਤੁਹਾਡੀ ਆਉਣ ਵਾਲੀ ਐਗਜ਼ਾਮ ਪ੍ਰੈਪਰੇਸ਼ਨ ਵਿੱਚ ਬਹੁਤ ਜ਼ਿਆਦਾ ਮਦਦਗਾਰ ਸਾਬਿਤ ਹੋਵੇਗਾ। Wishing all the candidates the absolute best of luck on the exams.